not everybody will guide you right, है ना? So how to choose that perfect person for yourself? ਅਗਰ ਤੁਸੀਂ ਨੇਬਰਹੁੱਡ 'ਚ ਰਾਈਟ ਇਨਵੈਸਟ ਨਹੀਂ ਕਰ ਰਹੇ ਤੇ ਤੁਹਾਡੇ ਘਰ ਦੀ ਐਪਰੀਸ਼ੀਏਸ਼ਨ ਨਹੀਂ ਹੋਏਗੀ ਉਸ ਹਿਸਾਬ ਦੇ ਨਾਲ। ਜੇ ਕੋਈ ਅੱਜ ਦੇ ਟਾਈਮ ਤੇ ਫਰਸਟ ਹੋਮ ਬਾਏ ਕਰਨਾ ਚਾਹੁੰਦਾ, ਤੁਹਾਨੂੰ ਕੀ ਲੱਗਦਾ ਕਿ ਲਾਈਕ ਹਾਊ ਕੈਨ ਦੇ ਸੇਵ ਇਨਫ ਮਨੀ, ਲਾਈਕ ਕਿੰਨਾ ਕੁ ਪੈਸਾ ਚਾਹੀਦਾ? ਅਗਰ ਕੋਈ ਬੰਦਾ ਸਮਝਦਾ ਕਿ ਮੈਂ ਇਸ ਇੰਡਸਟਰੀ 'ਚ ਆ ਰਿਹਾ ਸਿਰਫ ਪੈਸਾ ਕਮਾਉਣ ਵਾਸਤੇ, ਸੋ ਹੀ ਵੋਂਟ ਬੀ ਏਬਲ ਟੂ ਸਰਵਾਈਵ ਫॉर ਲੌਂਗਰ। ਸਕੋਸ਼ੀਆ ਬੈਂਕ ਸਿਰਫ ਆਪਣੀ ਬੈਂਕ ਦਾ ਡੀਲ ਕਰਨਾ ਸਾਡੇ ਨਾਲ, ਹੈ ਨਾ? ਤੇ ਜੇ ਪਰ ਮੈਂ ਮਾਰਗੇਜ ਬ੍ਰੋਕਰ ਕੋਲ ਜਾਊਂਗਾ, ਉਹਦੇ ਕੋਲ ਆਲ ਓਵਰ ਕੈਨੇਡਾ ਜਿੰਨੇ ਬੈਂਕਸ ਹੈ ਸਾਰਿਆਂ ਨੂੰ ਡੀਲ ਕਰਦਾ ਤੇ ਅਪਰੂਵਲ ਈਜ਼ੀਲੀ ਆ ਜਾਂਦੀ ਹੈ। young people, they don't have the right path to go to. ਕੀ ਕਰਦੇ ਨੇ ਉਹਦੇ ਕੋਲ some mentors ਨੇ online and they charge them but ਉਹਦਾ ਰਿਜ਼ਲਟ ਕੋਈ ਨਹੀਂ ਆਉਂਦਾ। Is it good ਕਿ ਆਪਾਂ ਇਸੀ ਕੰਟਰੀ ਦੇ ਵਿੱਚ ਵਿਨੀਪੈਗ ਮੈਨੀਟੋਬਾ ਦੇ ਵਿੱਚ ਇਨਵੈਸਟ ਕਰੀਏ ਜਾਂ ਆਪਾਂ ਬੈਕ ਹੋਮ ਇਨਵੈਸਟਮੈਂਟਸ ਕਰੀਏ? ਜਿਸ ਤਰ੍ਹਾਂ ਸਾਡੀ ਇਮੀਗ੍ਰੇਸ਼ਨ ਵੱਧ ਰਹੀ ਹੈ, ਲੋਕਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ, ਉਸੇ ਤਰ੍ਹਾਂ ਡਿਮਾਂਡ ਵਧੇਗੀ ਔਰ ਸਾਡੇ ਕੋਲ ਇਨਫ ਹਾਊਸਿੰਗ ਨਹੀਂ ਹੈ ਡਿਮਾਂਡ ਨੂੰ ਪੂਰਾ ਕਰਨ ਵਾਸਤੇ। ਜੇ ਕੋਈ ਫਸਟ ਟਾਈਮ ਹੋਮ ਬਾਏ ਕਰ ਰਿਹਾ ਹੈ ਨਾ, ਅੱਜ ਕੱਲ੍ਹ what do you think is the biggest misconception in people's head to buy first home? ਡਾਲਰ ਵੈਲਿਊ ਡੀ-ਵੈਲਿਊ ਹੋ ਰਹੀ ਹੈ ਐਵਰੀ ਡੇ। ਉਹ 20,000 5 years down the road 20 ਨਹੀਂ ਰਹਿ ਜਾਏਗਾ। ਵਰਕ ਪਰਮਿਟ ਤੇ ਉਹਦੇ ਲਈ ਕਈ ਕੰਡੀਸ਼ਨਸ ਹੁੰਦੀਆਂ ਘਰ ਬਾਏ ਕਰਨ ਲਈ। ਸਭ ਤੋਂ ਪਹਿਲੀ ਕੰਡੀਸ਼ਨ ਹੈਗੀ ਕਿ ਜਿਹੜਾ ਵਰਕ ਪਰਮਿਟ ਹੈ 6 months ਦਾ ਹੋਣਾ ਚਾਹੀਦਾ ਘੱਟੋ ਘੱਟ। Middle class, do you think he can make up that money, like $50,000 loss? He would never be able to do it. And he will stuck into that debt for the rest of whatever the life he's going to spend in Canada. Do your proper research, ਹੈ ਨਾ? ਇੱਕ ਵਧੀਆ ਰੀਅਲ ਏਸਟੇਟ ਏਜੰਟ ਲੱਭੋ, ਉਹਨਾਂ ਨਾਲ ਗੱਲਬਾਤ ਕਰੋ। ਜਿਹੜਾ ਤੁਸੀਂ ਪ੍ਰੋਫਿਟ ਪ੍ਰਾਪਰਟੀ 'ਚ ਕਮਾਉਂਦੇ ਹੋ, ਉਹ ਆਲਵੇਜ਼ ਤੁਸੀਂ ਉਦੋਂ ਨਹੀਂ ਕਮਾਉਂਦੇ ਜਦੋਂ ਉਹਨੂੰ ਸੈਲ ਕਰ ਰਹੇ ਹੁੰਦੇ ਹੋ। ਤੁਸੀਂ ਉਦੋਂ ਕਮਾਉਂਦੇ ਹੋ ਜਦੋਂ ਤੁਸੀਂ ਪ੍ਰਾਪਰਟੀ ਬਾਏ ਕਰ ਰਹੇ ਹੁੰਦੇ ਹੋ। Be smart with your money and always buy low and sell high. ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਦੀ ਪੋਡਕਾਸਟ ਵਿਦ ਸੁਖਮਨੀਜ਼ ਸੈਕਿੰਡ ਐਪੀਸੋਡ। ਅੱਜ ਦੇ ਸਾਡੇ ਐਪੀਸੋਡ ਦੇ ਵਿੱਚ ਆਏ ਨੇ ਦੋ ਸਪੈਸ਼ਲ ਗੈਸਟਸ, ਜ਼ੀਸ਼ਾਨ ਅਲੀ ਐਂਡ ਜ਼ੋਰਾਵਰ ਸਿੰਘ ਧਾਲੀਵਾਲ। ਇਹ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ। ਜ਼ੀਸ਼ਾਨ ਅਲੀ ਇਜ਼ ਅ ਰੀਅਲਟਰ ਤੇ ਜ਼ੋਰਾਵਰ ਸਿੰਘ ਧਾਲੀਵਾਲ ਇਜ਼ ਐਨ ਇਨਵੈਸਟਰ। ਸੋ ਤੁਹਾਨੂੰ ਕਿਵੇਂ ਲੱਗ ਰਿਹਾ ਇਸ ਪੋਡਕਾਸਟ 'ਤੇ ਆ ਕੇ? Thank you very much first of all for having us over. ਸਾਨੂੰ ਬਹੁਤ ਅੱਛਾ ਲੱਗ ਰਿਹਾ and hopefully ਇਸ ਪੋਡਕਾਸਟ ਤੋਂ ਅਸੀਂ ਲੋਕਾਂ ਦੀ ਹੈਲਪ ਕਰ ਸਕਾਂਗੇ। They can learn something new from us. ਹਾਂਜੀ, ਤੁਹਾਨੂੰ ਕਿਵੇਂ ਲੱਗ ਰਿਹਾ? ਮੈਨੂੰ ਵੀ ਬਹੁਤ ਵਧੀਆ ਲੱਗਣ ਦਿਆ ਜੀ। ਬਹੁਤ ਵਧੀਆ ਲੱਗਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਇਸ ਕੈਨੇਡਾ ਦੇ ਵਿੱਚ ਆਏ ਨੇ? So basically, Canada, I came here back in 2010. Okay. But I started my real estate journey back in 2017. So almost like a decade ਹੋਣ ਵਾਲਾ ਹੀ ਆ, ਹੈ ਨਾ? ਹਾਂਜੀ, ਵੀ ਲਾਈਕ 2025 ਚੱਲ ਰਿਹਾ। So that's nice. So ਕਿਵੇਂ ਲੱਗ ਰਿਹਾ, ਕੀ ਫੀਲਿੰਗ ਆ ਰਹੀ ਹੈ ਰੀਅਲ ਏਸਟੇਟ ਦੇ ਵਿੱਚ? ਯੂ نو ਵੀ ਇੰਡਸਟਰੀ 'ਚ ਕੀ ਚੇਂਜਸ ਆਏ ਨੇ ਟਾਈਮ ਦੇ ਵਿੱਚ? ਤੁਸੀਂ 7-8 ਸਾਲ ਉੱਥੇ ਕੰਮ ਕੀਤਾ ਹੈ ਨਾ? So how does it feel to be a part of that industry? It's really good. The journey been ਬਹੁਤ ਅੱਛਾ ਰਿਹਾ ਔਰ ਇਹਨਾਂ ਸਾਰੇ ਸਾਲਾਂ ਦੇ ਅੰਦਰ obviously ਬਹੁਤ ਸਾਰੇ ਚੇਂਜਸ ਆਏ। ਬਿਲਕੁਲ। ਇਕਨੋਮਿਕਲੀ, ਪੋਲੀਟੀਕਲੀ obviously ਇਹ ਜਿੰਨੇ ਵੀ ਫੈਕਟਰਸ ਨੇ ਇਹ ਰੀਅਲ ਏਸਟੇਟ ਨੂੰ ਇਫੈਕਟ ਕਰਦੇ ਨੇ। ਹਾਂਜੀ ਹਾਂਜੀ। ਸੋ ਇਨਫਲੇਸ਼ਨ ਵਧੀ, ਪ੍ਰੋਪਰਟੀ ਪ੍ਰਾਈਸਿਸ ਵੱਧ ਗਈਆਂ, ਹਾਂਜੀ, ਇਮੀਗ੍ਰੇਸ਼ਨ ਵਧੀ, ਡਿਮਾਂਡ ਵੱਧ ਗਈ। ਹਾਂਜੀ। It wasn't like that before, right? ਜਦੋਂ ਤੁਸੀਂ ਸਟਾਰਟ ਕੀਤਾ ਸੀ, ਮਤਲਬ ਐਸੀ ਕੀ ਚੀਜ਼ ਸੀਗੀ, ਮਤਲਬ ਤੁਸੀਂ ਰੀਅਲ ਏਸਟੇਟ 'ਚ ਪਏ ਕਿਵੇਂ, ਜਾਂ ਤੁਹਾਨੂੰ ਐਸਾ ਮਤਲਬ ਐਗਜ਼ੈਕਟਲੀ ਹੋਇਆ ਕੀ ਸੀ ਕਿ ਤੁਸੀਂ ਰੀਅਲ ਏਸਟੇਟ ਵੱਲ ਮਤਲਬ ਅਟਰੈਕਟ ਹੋਏ ਤੇ ਤੁਸੀਂ ਸਟਾਰਟ ਕੀਤੀ ਇਹਦੇ ਵਿੱਚ ਕੰਮ? So when I started the real estate, I was working, I was doing a job. Okay. So ਇੰਨਾ ਜ਼ਿਆਦਾ ਉਦੋਂ ਕ੍ਰੇਜ਼ ਨਹੀਂ ਸੀਗਾ। Okay. ਬਟ ਇੱਕ ਥਿੰਗ ਮੇਰੇ ਅੰਦਰ ਸੀਗੀ ਕਿ ਮੈਂ ਉਸ ਵੇਲੇ ਵੀ ਲੋਕਾਂ ਦੀ ਹੈਲਪ ਕਰਦਾ ਹੁੰਦਾ ਸੀਗਾ ਸਮਵਟ, ਕਿਸੇ ਵੀ ਤਰ੍ਹਾਂ। I had this passion. Okay. Obviously ਇੱਕ ਇਸ ਤਰ੍ਹਾਂ ਦੀ ਇੰਡਸਟਰੀ ਹੈ ਜਿਹਦੇ 'ਚ ਤੁਸੀਂ ਲੋਕਾਂ ਦੀ ਬਹੁਤ ਸਾਰੀ ਹੈਲਪ ਕਰ ਸਕਦੇ ਹੋ। ਹਾਂਜੀ। ਅਗਰ ਕੋਈ ਬੰਦਾ ਸਮਝਦਾ ਕਿ ਮੈਂ ਇਸ ਇੰਡਸਟਰੀ 'ਚ ਆ ਰਿਹਾ ਸਿਰਫ ਪੈਸਾ ਕਮਾਉਣ ਵਾਸਤੇ, so he won't be able to survive for longer. Because ਲੋਕਾਂ ਦੇ problems intact ਨੇ. That's a big decision when they're investing hundreds and thousands of dollars with you, right? So basically the first factor was my passion towards the people, to help them, to solve the problems, and this would be the best track to do so, because you get so many opportunities to help them one way or the other, and there are so many stories where I've helped people financially and emotionally too. Oh, nice. They go through so much, like people are getting divorces and all that stuff, Oh, yes. and you help them along the way. Yes. It's not all about the money, what people think actually. It's not.
Okay, makes sense. How was it like during COVID times? You probably would have witnessed that too. So. COVID time was crazy. Like a lot of people make a lot of money because the house prices just flipped overnight. Yes, they did. And it was busy, it was good, and I'm very happy we'll be able to help so many people to get their homes, first time home buyers and all that. Yeah. And obviously it was good, like 2 years for the real estate. It boomed. Yes, for sure. And the good thing is that when there was COVID, because there was so much money that was revolving in the industry due to the SEBA loans and all this stuff. So a lot of people were motivated to invest. Yeah. And they did as well. Yeah, and as you know that the Manitoba market, it has not changed yet. Like if you compare it to the GTA or big Calgary areas, and big provinces, they crashed. Yeah. But we didn't. Yeah. We still will still sustaining, and until now we're doing very well. That's nice. No, that's so good to know that. And how was your journey like? I think you recently started as an investor, right? ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਸੋ ਬੇਸਿਕਲੀ ਮੈਂ ਕੈਨੇਡਾ 'ਚ ਆਇਆ ਸੀ 2020 ਵਿੱਚ। ਓਕੇ। ਤੇ ਉਦੋਂ ਮੈਨੂੰ ਬਹੁਤ ਇੰਨਾ ਇੰਟਰਸਟ ਹੈ ਨਹੀਂ ਸੀ ਰੀਅਲ estate ਬਾਰੇ। ਤੇ ਫਿਰ ਮੈਂ ਜਿੱਦਾਂ ਕਿ ਵਰਕ ਪਰਮਿਟ ਤੇ ਆਇਆ। ਤੇ ਜਦੋਂ ਮੈਂ ਕੰਮ ਕੀਤਾ ਐਕਸਟਰਾ ਆਵਰਸ ਲਾਏ ਤੇ ਮੈਨੂੰ ਥੋੜਾ ਬਹੁਤਾ ਪੈਸਾ ਇਕੱਠਾ ਹੋਇਆ ਤੇ ਮੈਂ ਸੋਚਿਆ ਕਿੱਥੇ ਇਨਵੈਸਟ ਕਰਾਂ ਇਸ ਚੀਜ਼ ਨੂੰ। ਤੇ ਫਿਰ ਮੈਂ ਥੋੜਾ ਸਰਚ ਕੀਤੀ ਗੂਗਲ ਤੇ YouTube ਤੇ ਵੇਖਦਾ ਰਿਹਾ ਤੇ ਰੀਅਲ estate ਸ਼ੋ ਹੋਇਆ ਤੇ ਰੀਅਲ estate ਬਾਰੇ ਥੋੜਾ ਬਹੁਤਾ ਪੜ੍ਹਿਆ, ਮੈਂ ਸੈਮੀਨਾਰਸ ਲਾਏ ਹਨਾ। ਤੇ ਆਈ ਥਿੰਕ 2023 ਚ ਉਹਦੀ ਸਟਾਰਟਿੰਗ 'ਚ ਮੈਨੂੰ ਥੋੜਾ ਹੋਇਆ ਕਿ ਮੈਂ ਇਨਵੈਸਟ ਕਰਾਂ ਰੀਅਲ estate 'ਚ। ਤੇ ਮੈਨੂੰ ਸੈਮੀਨਾਰ 'ਚ ਭਾਜੀ ਮਿਲੇ ਸੀ ਤੇ ਫਿਰ ਇਹਨਾਂ ਨਾਲ ਮੈਂ ਗੱਲਬਾਤ ਕੀਤੀ, ਇਹਨਾਂ ਨੇ ਸਾਰਾ ਗਾਈਡ ਕੀਤਾ ਕਿੱਦਾਂ ਹੋਮ ਬਾਇੰਗ ਪ੍ਰੋਸੈਸ ਕੀ ਆ, ਸਾਰਾ ਕੁਝ ਕਿੱਦਾਂ ਮਤਲਬ ਰੀਅਲ estate 'ਚ ਇਨਵੈਸਟ ਕਰੀਦਾ। ਤੇ ਉਸ ਤੋਂ ਬਾਅਦ ਫਿਰ ਮੈਂ ਸਟਾਰਟ ਕੀਤਾ ਤੇ ਇਸ ਟਾਈਮ ਮੇਰੇ ਕੋਲ ਫਿਰ ਹੁਣ 2 ਪ੍ਰਾਪਰਟੀ ਆ ਗਈਆਂ ਨੇ। ਐਂਡ ਇਫ ਯੂ ਡੋਂਟ ਮਾਈਂਡ ਤੁਹਾਡੀ ਏਜ ਕਿੰਨੀ ਹੈ? ਬਿਕੋਜ਼ ਆਈ ਨੋ ਕਿ ਤੁਸੀਂ ਬਹੁਤ ਜ਼ਿਆਦਾ ਯੰਗ ਹੋ ਐਂਡ ਐਜ਼ ਅ ਯੰਗ ਇਨਵੈਸਟਰ ਇਟਸ ਰੀਲੀ ਗ੍ਰੇਟ ਟੂ ਸੀ ਹੈ ਨਾ, ਲਾਈਕ ਯੰਗ ਬਲੱਡ ਇਸ ਇੰਡਸਟਰੀ ਦੇ ਵਿੱਚ। ਆਮ ਕਰੰਟਲੀ 23 years old। 23 year olds। ਐਂਡ ਤੁਹਾਡੀ ਕਿੰਨੀ ਪ੍ਰਾਪਰਟੀਜ਼ ਆ ਰਾਈਟ ਨਾਓ? ਇਸ ਟਾਈਮ ਮੇਰੇ ਕੋਲ 2 ਪ੍ਰਾਪਰਟੀ। That's great. That is such a big achievement. And I gave him a free mentorship because people were asking from him like they're gonna charge him 10,000, 15,000. Of course. I talked to one of the investor and he told me like ਉਹਨਾਂ ਨੂੰ ਕਿਹਾ ਕਿ ਤੁਹਾਨੂੰ ਬੇਸਿਕਲੀ $5,000 ਫੀਸ ਆ ਉਹਨਾਂ ਦੀ ਤੇ ਉਹ 5,000 ਨੂੰ ਦੇ ਕੇ ਤੇ ਫਿਰ ਸਿਖਾਉਂਗਾ। ਫਿਰ ਮੈਂ ਭਾਜੀ ਨੂੰ ਕੀਤੀ ਗੱਲ ਤੇ ਭਾਜੀ ਕਹਿੰਦੇ ਤੁਹਾਨੂੰ ਫ੍ਰੀ ਚ ਸਿਖਾ ਦਿੰਦਾ। ਬਿਲਕੁਲ free mentorship along the process for the whole year। ਮਤਲਬ ਇੱਕ ਪਤਾ ਲੱਗਦਾ ਹੈ ਨਾ ਕਿ ਤੁਸੀਂ ਕੰਮ 'ਚ ਕਿੰਨੇ ਪੈਸ਼ਨੇਟ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਹੋਰ ਯੰਗ ਬਲੱਡ ਵੀ ਇਸ ਇੰਡਸਟਰੀ ਦੇ ਵਿੱਚ ਆਵੇ ਤੇ ਮਤਲਬ ਹੈ ਨਾ ਆਪਣਾ ਇਨਪੁਟ ਦੇਵੇ ਬਿਕਾਜ਼ ਯੂ ਨੋ ਦੈਟ ਕਿ ਇੰਡਸਟਰੀ ਬੂਮ ਕਰ ਰਹੀ ਹੈ ਰਾਈਟ ਨਾਓ। there is so much potential in the industry। like I know young people they don't have the right path to go to। ਕੀ ਕਰਦੇ ਨੇ ਉਹਦੇ ਕੋਲ some mentors ਨੇ online and they charge them but ਉਹਦਾ result ਕੋਈ ਨਹੀਂ ਆਉਂਦਾ। yeah obviously it's a good money and they can proceed into this if they ਅਗਰ ਉਹ as a career ਵੀ ਇਹਨੂੰ ਲੈਣ ਤੇ it's a good career to start with। for sure ਤੇ ਮਤਲਬ ਜੇ ਕੋਈ ਅੱਜ ਦੇ ਟਾਈਮ ਤੇ ਫਰਸਟ ਹੋਮ ਬਾਏ ਕਰਨਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਕਿ ਲਾਈਕ ਹਾਊ ਕੈਨ ਦੇ ਸੇਵ ਇਨਫ ਮਨੀ, ਲਾਈਕ ਕਿੰਨਾ ਪੈਸਾ ਚਾਹੀਦਾ, ਲਾਈਕ ਟਿਪਸ ਐਂਡ ਟ੍ਰਿਕਸ ਕੁਛ ਉਹਨਾਂ ਲਈ ਜਿਹੜੇ ਲੋਕੀ ਮਤਲਬ ਯੂ ਨੋ ਫਰਸਟ ਟਾਈਮ ਹੋਮ ਬਾਏ ਕਰਨਾ ਚਾਹੁੰਦੇ ਨੇ। ਐਂਡ ਆਲਸੋ ਆਈ ਫੀਲ ਲਾਈਕ ਕਿ ਇੱਕ ਪ੍ਰੋਪਰ ਰੀਅਲ estate ਏਜੰਟ ਸਿਲੈਕਟ ਕਰਨਾ ਇਜ਼ ਆਲਸੋ ਲਾਈਕ ਅਨਦਰ ਹੈਸਲ। ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿਉਂਕਿ ਨਾਟ ਐਵਰੀਬਡੀ ਵਿਲ ਗਾਈਡ ਯੂ ਰਾਈਟ ਹੈ ਨਾ। ਸੋ ਹਾਊ ਟੂ ਚੂਜ਼ ਦੈਟ ਪਰਫੈਕਟ ਪਰਸਨ ਫॉर yourself? So let's start with the first question। ਤੁਹਾਡਾ ਪਹਿਲਾ ਕੁਐਸਚਨ ਹੈ ਕਿ ਬਈ ਫਰਸਟ ਟਾਈਮ ਹੋਮ ਬਾਇਰ ਕਿਸ ਤਰ੍ਹਾਂ ਕਾਰ ਲੈ ਸਕਦਾ ਔਰ ਸੇਵ ਕਿਸ ਤਰ੍ਹਾਂ ਕਰ ਸਕਦਾ। ਟਿਪੀਕਲੀ ਫਰਸਟ ਟਾਈਮ ਹੋਮ ਬਾਇਰ ਲਈ ਪ੍ਰੋਗਰਾਮ ਹੈ ਸਾਰਿਆਂ ਨੂੰ ਪਤਾ 5% ਦੇ ਉੱਤੇ ਉਹ ਲੋਕ ਕਾਰ ਲੈ ਸਕਦੇ ਨੇ ਰਾਈਟ। ਯੈਸ ਉਹਦੇ ਚ ਡਿਫਰੈਂਟ ਵੀ ਜਿਵੇਂ ਤੁਸੀਂ FHSA program ਵੀ ਮੈਂਸ਼ਨ ਕੀਤਾ but there is a detail to it। we don't have much time today but we can go into it with another episode। 5% typically ਉਹ ਕਰਦੇ ਨੇ ਅਰੇਂਜ ਕਰਦੇ ਨੇ ਕਾਰ ਲੈਣ ਵਾਸਤੇ। ਫਸਟ ਟਾਈਮ ਹੋਮ ਬਾਇਰ ਲਈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਹੈ ਕਿ ਉਹਨਾਂ ਨੂੰ ਰਾਈਟ ਨੇਬਰਹੁੱਡ ਦੇ ਅੰਦਰ ਇਨਵੈਸਟ ਕਰਨਾ ਵਾ। ਅਗਰ ਤੁਸੀਂ ਨੇਬਰਹੁੱਡ 'ਚ ਰਾਈਟ ਇਨਵੈਸਟ ਨਹੀਂ ਕਰ ਰਹੇ ਤੇ ਤੁਹਾਡੇ ਘਰ ਦੀ ਐਪਰੀਸ਼ੀਏਸ਼ਨ ਨਹੀਂ ਹੋਏਗੀ ਉਸ ਹਿਸਾਬ ਦੇ ਨਾਲ ਐਂਡ ਯੂ ਵਿਲ ਬੀ ਸਟਿਕ ਟੂ ਇਟ ਯੂ ਗੋਣਾ ਸਟਕ ਇਨਟੂ ਇਟ ਵਿਦ ਯੂਰ ਇਨਵੈਸਟਮੈਂਟ ਬਿਕਾਜ਼ ਤੁਹਾਡੇ ਘਰ ਦੀ ਹੁਣ ਡਿਪਰੀਸ਼ੀਏਸ਼ਨ ਹੋਣ ਲੱਗ ਗਈ ਇੰਸਟੈਡ ਆਫ ਕਿ ਐਪਰੀਸ਼ੀਏਟ ਹੋਵੇ ਰਾਈਟ। ਦੂਸਰਾ ਜਿਵੇਂ ਤੁਸੀਂ ਕੁਐਸਚਨ ਕੀਤਾ ਸੀ ਕਿ ਰਾਈਟ ਰੀਅਲ estate ਏਜੰਟ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਚਾਹੀਦਾ ਵਾ। obviously ਤੁਸੀਂ ਦੇਖੋਗੇ ਯਾਰ ਜਿਹਦੇ ਕੋਲ ਥੋੜਾ ਜਿਹਾ ਐਕਸਪੀਰੀਅੰਸ ਹੋਵੇ ਕੰਮ ਕਰਨ ਵਾਸਤੇ you know he can guide you properly and then on top of it honesty। that's the best thing you can ever have in a real estate agent।
Yeah. because he's the one who's going to guide you, and that's your future. Like when you're buying something off of 5%, you're looking to like stay into it for next 10 to 15 years. And you're stuck in that investment for next 10 15 years. Yeah. If you made that one decision wrong at that point, you know how much you're going to lose. Even let's just say, for instance, you lose 50,000 down the road in 5 years. Yeah. Do you think a person who is doing who is a middle class, do you think he can make up that money, like $50,000 loss? He would never be able to do it. Yeah. And he will stuck into that debt for the rest of whatever the life he's going to spend in Canada. For sure. So that's very, very important. Very important decision, yes. Yeah. So how is it like for you, like as an investor, how was your journey like ਤੁਸੀਂ ਉਸ ਤੋਂ ਬਾਅਦ ਇਨਵੈਸਟ ਕਰਨਾ ਸ਼ੁਰੂ ਕੀਤਾ, ਤੁਸੀਂ ਇਹਨਾਂ ਦੇ ਨਾਲ ਜੁੜੇ, ਇਹਨਾਂ ਤੋਂ ਲਾਈਕ ਕੋਚਿੰਗ ਕਲਾਸਿਸ ਲਈਆਂ, ਤੇ I'm pretty sure ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਮੈਂਟਰ ਰਹੇ ਹੋਵੋਗੇ ਇਹਨਾਂ ਲਈ. So how was it like ਫਿਰ ਤੁਸੀਂ ਇੰਡਸਟਰੀ 'ਚ ਆਏ, and then what you started looking for, because you're young, you invested in this era, right? ਮਤਲਬ 2023-24 ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, right? So how was it like, ਤੁਸੀਂ ਇੰਡਸਟਰੀ ਨੂੰ ਕਿਸ ਆਈਜ਼ ਨਾਲ ਦੇਖਿਆ? ਸੋ ਬੇਸਿਕਲੀ ਜਦੋਂ ਮੈਨੂੰ ਭਾਜੀ ਮਿਲੇ ਹਾਂਜੀ. ਤੇ ਇਹਨਾਂ ਨਾਲ ਗੱਲਬਾਤ ਕੀਤੀ, ਤੇ ਮੈਨੂੰ ਸਭ ਤੋਂ ਵਧੀਆ ਇਹਨਾਂ ਦੀ ਗੱਲ ਇਹ ਲੱਗੀ ਕਿ ਇਹਨਾਂ ਰਸ਼ ਨਹੀਂ ਕੀਤਾ ਮੈਨੂੰ, ਹੈ ਨਾ. ਤਾਂ ਆਪਾਂ ਕੋਈ, ਮੈਂ ਇੱਕ ਨਾਲ ਤੋਂ ਪਹਿਲੇ ਵੀ ਦੋ ਰੀਅਲਟਰ ਨਾਲ ਗੱਲ ਕੀਤੀ ਸੀ, ਉਹ ਰਸ਼ ਕਰਦੇ ਸੀ ਕਿ ਪ੍ਰੋਪਰਟੀ ਲੈ ਛੇਤੀ ਤੇ ਡੀਲ ਕਲੋਜ਼ ਕਰੀਏ ਆਪਾਂ, ਕਿ ਉਹਨਾਂ ਨੂੰ ਹੈਗਾ ਸੀ ਕਿ ਮੈਨੂੰ ਕਮਿਸ਼ਨ ਮਿਲੂਗੀ ਇਸ ਚੀਜ਼ ਦੀ. ਤੇ ਭਾਈ ਨੇ ਮਿੱਠਾ ਮੈਨੂੰ ਪ੍ਰੋਪਰ ਗਾਈਡ ਕੀਤਾ ਕਿ ਕਦੇ ਕਿਹੜੀ ਪ੍ਰੋਪਰਟੀ ਲੈਣੀ ਚਾਹੀਦੀ ਹੈ, ਕਿਹੜੀ ਨਹੀਂ ਲੈਣੀ ਚਾਹੀਦੀ, ਹੈ ਨਾ. ਕਿ ਇਹਨਾਂ ਨੇ ਕਾਹਲੀ ਨਹੀਂ ਕਦੀ ਪਾਈ ਕਿ ਪ੍ਰੋਪਰਟੀ ਸਾਈਨ ਕਰ ਤੇ ਆਪਾਂ ਡੀਲ ਕਲੋਜ਼ ਕਰੀਏ. ਹਾਂਜੀ. ਤੇ ਫਿਰ ਉੱਦਾਂ ਮੈਂ ਸਟਾਰਟ ਕੀਤਾ ਸੀ 2023 'ਚ, ਜਦੋਂ ਮੈਂ ਫਸਟ ਕਰ ਲਿਆ ਆਪਣਾ, ਤੇ ਉੱਦਾਂ ਹੀ ਫਸਟ ਟਾਈਮ ਹੋਮ ਬਾਇਰ ਦੇ ਨਾਲ 5% ਡਾਊਨ ਪੇਮੈਂਟ ਕੀਤੀ ਸੀ ਮੈਂ. ਓਕੇ. ਤੇ ਹੁਣ ਉਹ ਘਰ ਇਦਾਂ ਆ ਕਿ ਮੈਂ ਨਾਲ ਰਹਿਣ ਆ, ਤੇ ਨਾਲ ਦਾ ਰੂਮਮੇਟਸ ਰੱਖੇ ਆ, ਤੇ ਜਿਹੜੀ ਵੀ ਆਪਣੀ ਮੌਰਗੇਜ ਪੇਮੈਂਟ ਆਉਂਦੀ ਆ ਰੂਮਮੇਟਸ ਕਵਰ ਕਰੀ ਜਾਂਦੇ, ਤੇ ਮੈਂ ਬੇਸਿਕਲੀ ਫ੍ਰੀ ਰਹਿਣ ਉਸ ਘਰ 'ਚ. ਦੈਟਸ ਗ੍ਰੇਟ. ਤੇ ਉਹ ਤੋਂ ਮੈਨੂੰ ਐਕਸਟਰਾ ਮਨੀ ਬਣੀ ਜਾਂਦੀ ਐਵਰੀ ਮੰਥ. ਦੈਟਸ ਨਾਈਸ, ਦੈਟਸ ਵੈਰੀ ਨਾਈਸ. ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੈ ਕਿ ਕੀ ਲੱਗਦਾ ਕਿ ਲਾਈਕ ਇਸ ਇੰਡਸਟਰੀ ਦੇ ਵਿੱਚ ਗਰੋਥ ਹੈਗੀ ਹੈ, ਹੋਰ ਐਵੋਲਿਊਸ਼ਨ ਆਏਗਾ, ਕਿ ਲਾਈਕ ਹੁਣ ਮਤਲਬ ਸਟੱਡੀ ਰਾਈਟ ਨਾਓ ਇਟਸ ਸਟੱਡੀ ਹੈ ਨਾ, ਰੀਅਲ estate with inflation and everything going on, ਪਰ ਮਤਲਬ obviously Winnipeg is still better than, you know, bigger provinces, but ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਤੋਂ ਅੱਜ ਤੋਂ 3-4-5 ਸਾਲਾਂ ਦੇ ਵਿੱਚ, is it good ਕਿ ਆਪਾਂ ਇਸੀ ਕੰਟਰੀ ਦੇ ਵਿੱਚ Winnipeg ਮੈਨੀਟੋਬਾ ਦੇ ਵਿੱਚ ਇਨਵੈਸਟ ਕਰੀਏ, ਜਾਂ ਆਪਾਂ ਬੈਕ ਹੋਮ ਇਨਵੈਸਟਮੈਂਟਸ ਕਰੀਏ? what do you think is much better? So what's going to happen in the next few years? ਅਗਰ ਤੁਸੀਂ ਆਪਣੇ past ਤੋਂ ਦੇਖੋ, ਜਿੰਨੇ ਵੀ years ਪਿੱਛੇ ਗੁਜ਼ਰ ਗਏ ਨੇ ਰੀਅਲ estate ਦੇ ਅੰਦਰ, ਇਹ ਐਪਰੀਸ਼ੀਏਟ ਹੋਈ ਜਾ ਰਿਹਾ over the time, slowly. And for the youngster, I would like to say ਕਿ youngsters ਨੂੰ ਇਹਦੇ ਅੰਦਰ ਬਹੁਤ ਜ਼ਿਆਦਾ ਆਉਣਾ ਚਾਹੀਦਾ, ਕਿਉਂਕਿ they have time. Let's just say somebody buy a property when they're 22, 23. By the time 45, their properties will be paid off. Yeah. Right? They're not doing anything for the properties. Like it's rental money coming and you paying off your mortgage, right? But in next 5 years or so, there is going to be a lot of change. ਬਹੁਤ ਸਾਰਾ change ਹੋਏਗਾ. Modular homes ਆ ਰਹੇ ਨੇ, AI ਜਿਹੜਾ ਬਹੁਤ ਜ਼ਿਆਦਾ ਜਿਹੜਾ ਨਾ ਉਹ ਸ਼ੋਇੰਗ 'ਚ ਇਫੈਕਟ ਕਰੇਗਾ, ਰੀਅਲ ਸਟੇਟ ਅਸੈਸਮੈਂਟਸ ਦੇ ਅੰਦਰ ਤੁਹਾਨੂੰ ਜ਼ਿਆਦਾ ਹਿਊਮਨ ਨੀਡ ਨਹੀਂ ਰਹੇਗੀ, ਔਰ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਣਗੀਆਂ 5 years ਦੇ ਅੰਦਰ. ਐਂਡ ਓਬਵੀਅਸਲੀ ਜਿਸ ਹਿਸਾਬ ਨਾਲ ਸਾਡੀ ਪਾਪੂਲੇਸ਼ਨ ਗਰੋਥ ਹੋ ਰਹੀ ਆ, ਹਾਂਜੀ, ਔਰ ਤੁਸੀਂ ਦੇਖ ਵੀ ਰਹੇ ਹੋਗੇ ਕਿੰਨੇ ਸਾਰੇ ਹਾਈ ਰਾਈਜ਼ ਬਣ ਰਹੇ ਨੇ, ਕੌਂਡੋਮੀਨੀਅਮਸ ਬਣ ਰਹੇ ਨੇ. ਜਿਸ ਤਰ੍ਹਾਂ ਸਾਡੀ ਇਮੀਗ੍ਰੇਸ਼ਨ ਵੱਧ ਰਹੀ ਹੈ, ਲੋਕਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ, ਉਸੇ ਤਰ੍ਹਾਂ ਡਿਮਾਂਡ ਵਧੇਗੀ, ਔਰ ਸਾਡੇ ਕੋਲ ਇਨਫ ਹਾਊਸਿੰਗ ਨਹੀਂ ਹੈ ਡਿਮਾਂਡ ਨੂੰ ਪੂਰਾ ਕਰਨ ਵਾਸਤੇ. ਇਸ ਲਈ ਲੋਕ ਜਿਹੜੇ ਨੈਕਸਟ 5 years ਤੁਸੀਂ ਦੇਖੋਗੇ ਕਿ ਵਿਨੀਪੈਗ ਲੋਕ ਜ਼ਿਆਦਾ ਰੂਰਲ ਏਰੀਆਜ਼ 'ਚ ਮੂਵ ਹੋਣਗੇ, ਆਊਟਸਕਰਟਸ 'ਚ ਜਾਣਗੇ, ਔਰ ਉਹਨਾਂ ਦਾ ਵੈਲਿਊ ਹੁਣ ਵੱਧ ਰਿਹਾ ਵਾ ਆਊਟਸਕਰਟ ਪ੍ਰਾਪਰਟੀਜ਼ ਦਾ. ਤੁਸੀਂ ਅਗਰ ਨੈਰਲ ਦੇਖ ਲਓ, ਈਸਟ ਸੇਂਟ ਪਾਲ ਦੇਖ ਲਓ, ਸੇਂਟ ਅਡੋਲਫ ਹੇਅਰ ਐਂਡ ਦੇਅਰ, ਉਹਨਾਂ ਦੀ ਪ੍ਰਾਪਰਟੀ, ਉਹਨਾਂ ਦੀ ਵੈਲਿਊ ਜਿਹੜੀ ਆਲਰੇਡੀ ਵੱਧ ਚੁੱਕੀ ਹੈ, ਕਿਉਂਕਿ ਤੁਸੀਂ ਯੂ ਕੈਨ ਐਡਜਸਟ ਸੋ ਮਚ ਇਨਟੂ ਦ ਸਿਟੀ. Like there's so much demand. For sure. So next 5 years, I hope so. It's gonna be really good for the investors, for somebody who's coming and buying the house. The best and secure investment you can do in Canada is to purchase a house. No, that's good to know. ਜੇ ਕੋਈ first time home buy ਕਰ ਰਿਹਾ ਹੈ ਨਾ ਅੱਜਕੱਲ, what do you think is the biggest misconception in people's head to buy first home? ਮਤਲਬ ਕੋਈ ਐਸੀ ਚੀਜ਼ ਜਿਹਨਾਂ ਨੂੰ ਲੱਗਦਾ ਹੈ ਕਿ ਬਹੁਤ ਬੜਾ ਮਿਸਕਨਸੈਪਸ਼ਨ ਹੈ ਕਿ ਉਹ ਕਹਿੰਦੇ ਕਿ ਅਸੀਂ ਵਰਕ ਪਰਮਿਟ ਤੇ ਆ ਤੇ ਅਸੀਂ ਘਰ ਨਹੀਂ ਲੈ ਸਕਦੇ. that is actually a big one. right? ਲੇਕਿਨ ਉਹ ਵੀ 5% ਤੇ ਘਰ ਲੈ ਸਕਦੇ ਆ.
ਓਕੇ ਸੋ ਵਰਕ ਜਿਹੜੇ ਵਰਕ ਪਰਮਿਟ ਤੇ ਵੀ ਨੇ ਰਾਈਟ ਇੰਨਾ ਫਲੈਕਸੀਬਿਲਿਟੀ ਤੁਹਾਨੂੰ ਮਿਲਿਆ ਹੋਇਆ ਵਾ ਪਰ ਲਾਈਕ ਵਾਟ ਅਬਾਊਟ ਇਟ ਲਾਈਕ ਜੇ ਤੁਸੀਂ ਵਰਕ ਪਰਮਿਟ ਤੇ ਲੈ ਲੇ ਬਿਕਾਜ਼ ਆਫ ਵਟ ਐਵਰ ਦ ਇਮੀਗ੍ਰੇਸ਼ਨ ਸੀਨ ਇਜ਼ ਰਾਈਟ ਨਾਓ ਹੈ ਨਾ ਯੂ ਡੋਂਟ ਨੋ ਕਿ ਤੁਸੀਂ ਪੀਆਰ ਹੋਵੋਗੇ ਵੀ ਨਹੀਂ ਹੋਵੋਗੇ ਬਿਕਾਜ਼ ਦੇ ਆਰ ਕਟਿੰਗ ਡਾਊਨ ਦ ਨੰਬਰਸ ਲਾਈਕ ਈਅਰ ਬਾਈ ਈਅਰ ਸੋ ਤੁਹਾਨੂੰ ਲੱਗਦਾ ਹੈ ਕਿ ਮਤਲਬ ਇਟ ਇਜ਼ ਗੁੱਡ ਟੂ ਇਨਵੈਸਟ ਐਟ ਦਿਸ ਮੂਮੈਂਟ ਆਫ ਟਾਈਮ ਕਿ ਆਪਾਂ ਲਾਈਕ ਐਜ਼ ਅ ਵਰਕ ਪਰਮਿਟ ਤੇ ਤੁਸੀਂ ਇਨਵੈਸਟ ਕਰੋ ਪ੍ਰੋਪਰਟੀ ਦੇ ਵਿੱਚ ਕਿ ਨਹੀਂ ਬਿਕਾਜ਼ there are like so many property taxes later on when you even sell it and there's like so much matlab hassle hai na scary things yes scary things and also it's like you're investing like your own savings right so it's like a big part of your pocket to see like kite invest kar rahe ho and then rest like later on je tonu problem the way baad then you'll be like I'm done with my life and all that so matlab how to face that like ਅੱਜ ਦੇ time ਦੇ ਵਿੱਚ what do you think so let's just say ਤੁਹਾਡੇ ਕੋਲ 20000 ਹੈ ਹਾਂਜੀ sitting in the bank ਹਾਂਜੀ and ਤੁਸੀਂ ਕਹਿੰਦੇ ਹੋ ਕਿ ਮੈਂ ਘਰ ਨਹੀਂ ਲੈਂਦਾ ਇਹ ਬੈਂਕ 'ਚ ਪਿਆ ਰਵੇ ਠੀਕ ਹੈ ਮੈਂ ਓਪਨ ਵਰਕ ਪਰਮਿਟ ਤੇ ਆ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਮੈਂ ਦੂਸਰੀ ਗੱਲ ਤੇ ਬਾਅਦ 'ਚ ਆਵਾਂਗਾ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਤੁਸੀਂ ਹੁਣ 3 ਸਾਲ ਓਪਨ ਵਰਕ ਪਰਮਿਟ ਤੇ ਰਹੇ ਹੋ 20000 ਤੁਹਾਡੇ ਬੈਂਕ 'ਚ ਪਿਆ ਵਾ ਡਾਲਰ ਵੈਲਿਊ ਡੀ ਵੈਲਿਊ ਹੋ ਰਹੀ ਹੈ ਐਵਰੀ ਡੇ ਉਹ 20000 5 years down the road 20 ਨਹੀਂ ਰਹਿ ਜਾਏਗਾ ਉਹ ਤੁਸੀਂ ਹੁਣ 15000 ਦੀ ਜਾਂ 10000 ਦੀ ਗੱਲ ਕਰ ਰਹੇ ਉਹਦਾ ਵੈਲਿਊ ਉਹਨਾਂ ਹੀ ਰਹਿ ਜਾਏਗਾ ਕਿਉਂਕਿ 골ਡ ਦਾ ਪ੍ਰਾਈਸ ਵਧ ਰਿਹਾ ਰਾਈਟ ਲੇਕਿਨ ਤੁਹਾਡਾ ਡਾਲਰ ਤੇ ਡੀ ਵੈਲਿਊ ਹੋ ਰਿਹਾ ਨਾ ਬਾਈ ਦਾ ਟਾਈਮ ਸੋ ਇਟਸ ਬੈਟਰ ਕਿ ਉਹਨੂੰ ਤੁਸੀਂ ਅਗਰ 5% ਵੀ ਕੁਆਲੀਫਾਈ ਕਰਦੇ ਹੋ ਤੁਸੀਂ ਆਪਣਾ ਜੋ ਵੀ ਬਜਟ ਹੈ ਉਹਨੂੰ ਕਰਕੇ 20000 ਤੁਸੀਂ ਆਪਣੇ ਡਾਊਨ ਪੇਮੈਂਟ ਚ ਪਾਓ ਔਰ ਇੱਕ ਰੀਅਲ ਸਟੇਟ ਦੀ ਇਨਵੈਸਟਮੈਂਟ ਬਾਏ ਕਰੋ ਰਾਈਟ ਐਟ ਲੀਸਟ ਅਗਰ ਤੁਸੀਂ ਲੈ ਜੇ 3 ਸਾਲ ਬਾਅਦ ਤੁਹਾਨੂੰ ਪਤਾ ਚੱਲਦਾ ਕਿ ਯਾਰ ਮੇਰਾ ਤੇ ਪੇਪਰਸ ਨਹੀਂ ਆਏ ਆਈ ਹੈਵ ਟੂ ਗੋ ਬੈਕ ਰਾਈਟ ਯੂ ਕੈਨ ਸੈਲ ਇਟ ਯੂ ਵਿਲ ਬੀ ਮੇਕਿੰਗ ਮੋਰ ਮਨੀ off of the property then ਤੁਸੀਂ idle funds pay ਨੇ ਬੈਂਕ ਦੇ ਅੰਦਰ ਉਹ ਤੁਹਾਡੇ ਕੰਮ ਤੇ ਨਹੀਂ ਆਣੇ ਬਾਅਦ ਚੋਂ ਬਿਲਕੁਲ ਰਾਈਟ ਇਹਦੇ ਚ ਫਿਰ ਵੀ ਅਗਰ ਤੁਹਾਡੇ ਘਰ ਦੀ appreciation 50000 ਹੋ ਜਾਂਦੀ ਹੈ that's 50000 is extra you haven't done anything for that except you just bought a property which you have to buy anyways you're paying the rent right sure. instead of paying the rent pay the mortgage right there are extra expenses I understand there are taxes there's fire insurance some repairs as well right but if you choose the right real estate person who's going to help you to guide you to get the right property then you can get away with all those problems like repairs extra repairs like foundation problems and all this stuff right and if you make that 50000 extra that's your money make it take it home do something back home ਪਿੱਛੇ ਵੀ ਤੁਸੀਂ ਕੰਮ ਕਰ ਸਕਦੇ ਹੋ ਰਾਈਟ ਥੋੜਾ ਜਿਹਾ ਤੁਸੀਂ ਯਾਨੀ ਆਬਵੀਅਸਲੀ ਤੇ ਸਾਡੇ ਸਾਹਮਣੇ ਜਿਵੇਂ ਤੁਸੀਂ ਬੈਠੇ ਹੋ ਰਾਈਟ ਲਾਈਕ ਤੁਸੀਂ ਵਰਕ ਪਰਮਿਟ ਤੇ ਘਰ ਆਪਣੀ ਪਹਿਲੀ ਪ੍ਰਾਪਰਟੀ ਬਾਏ ਕੀਤੀ ਸੀ ਸੋ ਹਾਊ ਵਾਸ ਇਟ ਲਾਈਕ ਤੁਹਾਡੀ ਜਰਨੀ ਕਿਵੇਂ ਰਹੀ ਉਸ ਚੀਜ਼ 'ਚ ਸੋ ਜਦੋਂ ਮੈਂ ਵਰਕ ਪਰਮਿਟ ਤੇ ਆਇਆ ਤੇ ਹੈ ਨਾ ਤੇ ਉਦੋਂ ਮੈਂ ਦੇਖਿਆ ਕਿ ਇਨਵੈਸਟ ਕਰ ਸਕਾਂ ਮੈਂ ਤੇ ਫਿਰ ਮੈਂ ਇੱਦਾਂ ਭਾਜੀ ਨੂੰ ਮਿਲਿਆ ਸੀ ਤੇ ਗਾਈਡ ਗੁੱਡ ਕੀਤਾ ਇਹਨਾਂ ਨੇ ਤੇ ਫਿਰ ਮੈਂ ਪਹਿਲੀ ਪ੍ਰਾਪਰਟੀ ਵੇਖੀ ਹੈ ਨਾ ਕਿ ਮੈਂ ਸੋਚਿਆ ਕਿ ਮੈਂ ਇਨਵੈਸਟ ਕਰਕੇ ਵੇਚਦਾ ਇਸ ਜਗ੍ਹਾ ਤੇ ਇਨਵੈਸਟ ਕਰਨ ਤੋਂ ਪਹਿਲੇ ਕਈ ਫੈਕਟਰਸ ਹੁੰਦੇ ਆ ਤੁਸੀਂ ਵਰਕ ਪਰਮਿਟ ਤੇ ਹੁੰਦੇ ਹੋ ਜਦੋਂ ਮੈਂ ਵਰਕ ਪਰਮਿਟ ਤੇ ਆਇਆ ਤੇ ਫਿਰ ਉਹਨੇ ਮੈਨੂੰ ਫਿਰ ਮੈਂ ਸਭ ਤੋਂ ਪਹਿਲੇ ਗਿਆ ਮਾਰਗੇਜ ਬ੍ਰੋਕਰ ਕੋ ਹੈ ਨਾ ਮਾਰਗੇਜ ਬ੍ਰੋਕਰ ਕੋਲ ਜਾਣ ਦਾ ਕਾਰਨ ਇਹ ਸੀ ਜੇ ਅਸੀਂ ਕਿਸੇ ਬੈਂਕ ਕੋਲ ਜਾਂਦੇ ਹਾਂ ਸਪੋਜ਼ ਕਰ ਮੈਂ ਸਕੋਸ਼ੀਆ ਬੈਂਕ ਹੋ ਗਿਆ ਤੇ ਸਕੋਸ਼ੀਆ ਬੈਂਕ ਦੇ ਸਿਰਫ ਆਪਣੀ ਬੈਂਕ ਨਾਲ ਡੀਲ ਕਰਨਾ ਸਾਡੇ ਨਾਲ ਹੈ ਨਾ ਤੇ ਜੇ ਪਰ ਮੈਂ ਮਾਰਗੇਜ ਬ੍ਰੋਕਰ ਕੋਲ ਜਾਊਂਗਾ ਉਹਦੇ ਕੋਲ ਆਲ ਓਵਰ ਕੈਨੇਡਾ ਜਿੰਨੇ ਬੈਂਕਸ ਆ ਸਾਰਿਆਂ ਨਾਲ ਡੀਲ ਕਰਦਾ ਤੇ ਅਪਰੂਵਲ ਈਜ਼ੀਲੀ ਆ ਜਾਂਦੀ ਆ ਤੇ ਮੈਂ ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਐਸ ਇੱਕ ਅਪਰੂਵਲ ਰੇਟ ਦੱਸਦਾ ਕਿ ਤੇਰਾ ਇੰਨੇ ਤੱਕ ਤੂੰ ਘਰ ਲੈ ਸਕਦਾ ਹੈ ਤੇ ਫਿਰ ਮੈਂ ਹੈ ਨਾ ਕਿ ਉਹਨੇ ਕਿਹਾ ਤੂੰ ਜੇ ਤੂੰ ਵਰਕ ਪਰਮਿਟ ਤੇ ਉਹਦੇ ਲਈ ਕਈ ਕੰਡੀਸ਼ਨਸ ਹੁੰਦੀਆਂ ਘਰ ਬਾਏ ਕਰਨ ਲਈ ਸਭ ਤੋਂ ਪਹਿਲੀ ਕੰਡੀਸ਼ਨ ਹੈਗੀ ਕਿ ਜਿਹੜਾ ਵਰਕ ਪਰਮਿਟ ਹੈ 6 ਮੰਥਸ ਦਾ ਹੋਣਾ ਚਾਹੀਦਾ ਘੱਟੋ ਘੱਟ ਹੈ ਨਾ ਤੇ ਉਸ ਤੋਂ ਬਾਅਦ ਜਿੰਨਾ ਹੋ ਵਧੀਆ ਮਤਲਬ ਪੈਂਡਿੰਗ 6 ਮੰਥ ਹਾਂਜੀ 6 ਮੰਥਸ ਦਾ ਪੈਂਡਿੰਗ ਹੋਣਾ ਚਾਹੀਦਾ ਤੇ ਤੁਹਾਡੇ ਕੋਲ 5% ਡਾਊਨ ਪੇਮੈਂਟ ਚਾਹੀਦੀ ਹੈ ਐਜ਼ ਅ ਫਸਟ ਟਾਈਮ ਹੋਮ ਬਾਇਰ ਤੇ ਤੁਹਾਡਾ ਜਿਹੜੀ ਜੌਬ ਹੈ ਉਹ ਘੱਟੋ ਘੱਟ ਤੁਹਾਨੂੰ 2 ਸਾਲ ਤੁਸੀਂ ਲਗਾਤਾਰ ਕੰਮ ਕਰਨਾ ਚਾਹੀਦਾ ਇੱਕੋ ਜੌਬ 'ਚ ਹੀ ਮਤਲਬ ਐਕਸਪੀਰੀਅੰਸ ਪੁਰਾਣਾ ਐਕਸਪੀਰੀਅੰਸ ਨਹੀਂ ਮਤਲਬ ਸੇਮ ਜੌਬ 'ਚ ਤੁਹਾਨੂੰ ਘੱਟੋ ਘੱਟ 2 ਸਾਲ ਹੋ ਜਾਣੇ ਚਾਹੀਦੇ ਆ ਓਕੇ ਠੀਕ ਹੈ ਤਾਂ ਮੈਂ ਇਹ ਕੰਮ ਕਰ ਰਿਹਾ ਸੀ ਪਹਿਲੇ ਹੈ ਨਾ ਉਹ 'ਚ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀ ਮੈਨੂੰ ਠੀਕ ਹੈ ਤੇ ਉਹ ਕੰਡੀਸ਼ਨਾਂ ਸੀ ਫਿਰ ਮੈਂ ਘਰ ਬਾਏ ਕੀਤਾ ਵਰਕ ਪਰਮਿਟ ਤੇ 5% ਡਾਊਨ ਪੇਮੈਂਟ ਨਾਲ ਹੋ ਗਿਆ ਤੇ ਅਪਰੂਵ ਵੀ ਸਾਰਾ ਕੁਝ ਹੋ ਗਿਆ ਤੇ ਫਿਰ ਹੁਣ ਜਿਹੜੀ ਮੇਰੀ ਮਾਰਗੇਜ ਪੇਮੈਂਟ ਹੈ ਉਹ ਜਿਹੜੀ ਅੱਜ ਕੱਲ੍ਹ ਰੈਂਟ ਚੱਲਣ ਦਿਆ ਆ ਉਹਦੇ ਨਾਲੋਂ ਘੱਟ ਹੀ ਹੈ ਓਕੇ ਤੇ ਉਹ ਤੋਂ ਮੈਂ ਐਕਸਟਰਾ ਮਨੀ ਬਣਾਉਂਦਾ ਐਵਰੀ ਮੰਥ ਦੈਟਸ ਵੈਰੀ ਨਾਈਸ ਤੇ ਤੁਹਾਡੀ ਕਿਹੜੀ ਲਾਈਕ ਅੱਜ ਦੇ ਟਾਈਮ ਤੇ ਤੁਹਾਡੀ ਬਿਗੇਸਟ ਵਿਨ ਤੇ ਤੁਹਾਡਾ ਬਿਗੇਸਟ ਫੇਲੀਅਰ ਕੀ ਰਿਹਾ ਮਤਲਬ ਇਨ ਅ ਟਾਈਮ ਇੰਡਸਟਰੀ ਲਾਈਕ ਓਵਰਆਲ ਕੈਰੀਅਰ ਹੈ ਜਾਂ ਓਵਰਆਲ ਕੈਰੀਅਰ 'ਚ ਬਹੁਤ ਸਾਰੇ ਹੁੰਦੇ ਆ ਲੇਕਿਨ ਕੁਝ ਐਸੇ ਜਿਹੜੇ ਤੁਸੀਂ ਯਾਦ ਰੱਖਦੇ ਹੋ ਨਾ ਆਪਣੇ ਕੈਰੀਅਰ ਦੇ ਅੰਦਰ ਸੋ ਆਈ ਵੁੱਡ ਸੇ ਦ ਬਿਗੇਸਟ ਵਿਨ ਮੇਰਾ ਸੀਗਾ ਕਿ
I got an online lead ਹਾਂਜੀ। ਕਿ ਭਈ ਤੁਸੀਂ ਮੇਰੇ ਘਰ ਨੂੰ evaluation ਕਰ ਦਿਓ ਆ ਕੇ ਕਿ ਮੈਂ sell ਕਰਨਾ ਚਾਹੁੰਦੀ ਹਾਂ ਘਰ ਨੂੰ। Okay. That house was in the St. Boniface ਦੇ ਅੰਦਰ ਘਰ ਸੀਗਾ, so I went there, ਮੈਂ basically assessment ਕਰਨ ਗਿਆ ਸੀ। So I saw the house and I obviously, whenever मैं अपनी listing appointment ਤੇ जाना वां, and it's a very odd question, not a lot of people ask about it, but I asked from the people, why are you selling that house? Like why there is a need? You know, you got to know their financial situation. Yeah. What they actually need, like karna ki cha rahe ne udhar. So she was a single mom having 4 kids, you know, living in that house from last 20 years whatsoever, and she says, I really don't want to sell it. मैं sell नहीं करना चाहती, लेकिन मेरी basement च पानी आंदा वा और मेरी roof leak आ, इस कारण मैं उन्हें sell कर रही हूँ house ਨੂੰ। So obviously I have this construction background as well, and I do that as well on the side. So मैं क्या मैंने दिखाओ तुसी कितों आ रहा पानी। So I went to the basement और पहले उन्हें मैंने दसिया कि भाई एक कॉन्ट्रैक्टर आया सी, उन्हें मैंने 25,000 ਦਾ ਕੋਡ ਦਿੱਤਾ ਜੋ ਮੈਂ ਨਹੀਂ ਰਿਪੇਅਰ ਕਰਾ ਸਕਦੀ at this point. So and ਉਹ ਕਹਿੰਦੀ ਕਿ ਮੈਂ ਇਸ ਤੋਂ ਬਿਹਤਰ ਕੰਡੋਮੀਨੀਅਮ ਚ ਮੂਵ ਹੋ ਜਾ। Obviously ਉਹਦੀ ਹੈਲਪ ਨਾ ਕਰਦਾ, ਅਗਰ ਇਹ ਵੇਚ ਕੇ ਕੰਡੋਮੀਨੀਅਮ ਚ ਵੀ ਚਲੇ ਜਾਂਦੇ ਤੇ ਤਾਂ ਵੀ ਉਹਨਾਂ ਨੂੰ ਜ਼ਿਆਦਾ ਹੀ ਪੈਸੇ ਦੇਣੇ ਪੈਂਦੇ every month. So I went into the basement, I saw ਕਿ ਉਹਨਾਂ ਦਾ sump pump ਜਿਹੜਾ ਵਾ ਉਹ ਨਹੀਂ ਚੱਲ ਰਿਹਾ। Okay. And water is coming from the footing, from the pit. And okay, and I saw the roof, there was a little patch that the water utho aa raha si patch de utho. So I called some of the guys next day, and they came, ਅਸੀਂ ਉਹਦਾ sump pump change ਕਰ ਦਿੱਤਾ, roof repair ਕਰ ਦਿੱਤੀ, and we did it for free. Okay. Like hats off to the friends too who were in the construction, they didn't charge her. That's why मैं ਤੁਹਾਨੂੰ ਕਹਿ ਰਿਹਾ ਸੀਗਾ ਜਦੋਂ ਲੋਕ ਕਹਿੰਦੇ ਕਿ ਰੀਅਲ ਸਟੇਟ ਦੇ ਅੰਦਰ ਤੁਸੀਂ ਕਿੱਦਾਂ ਹੈਲਪ ਕਰਦੇ ਹੋ ਲੋਕਾਂ ਦੀ, ਔਰ ਸਮਟਾਈਮਸ ਲੋਕ ਇਹਨੂੰ ਐਜ਼ ਅ ਸਰਕਾਸਟਿਕ ਵੇ ਕਹਿੰਦੇ ਆ ਕਿ ਯਾਰ ਇਹ ਤੇ ਸਿਰਫ ਮਨੀ ਕਰ ਰਹੇ ਹੁੰਦੇ, but you get so many opportunities to help those people. Like there's so many people who had nobody to help them, right? Yeah. So we got that fixed. And then I asked from her, I says, do you still want to sell it? And she says, no, because this is my home. Yeah. ਇੱਥੇ ਮੇਰੇ ਬੱਚੇ ਬੜੇ ਹੋਏ ਨੇ, I'm planning my retirement here. Yeah. So on one end, obviously, I lose the money if I would have sold it and got her the condo. That's the double commission. Yeah. But on the other end, how many prayers you are getting from these people? ਸਹੀ ਗੱਲ ਆ, ਦੁਆਵਾਂ ਦਾ ਮੁੱਲ। Yeah, ਕਿੰਨੇ ਜ਼ਿਆਦਾ ਉਹਦਾ ਕੋਈ ਮੁੱਲ ਨਹੀਂ ਆ। Yeah. ਉਹ ਤੁਸੀਂ ਹੁਣ ਇਹਨੂੰ ਇੱਥੇ ਤੇ ਕਾਊਂਟ ਨਹੀਂ ਕਰ ਸਕਦੇ, obviously monetary terms ਜੋ ਨੂੰ exchange ਨਹੀਂ ਕਰ ਸਕਦੇ। Yes. So I feel like in whole my career ਕਿ ਇਹ biggest win ਆ, like ਅਗਰ ਮੈਂ ਕਿਸੇ ਦੀ help ਕਰ ਸਕਦਾ, you'll make the money anyways, one way or the other. And I think that you see, like if you're kind and if you're compassionate, ਤੁਸੀਂ humble ਹੋ ਕੇ ਲੋਕਾਂ ਦੀ ਸੁਣਦੇ ਹੋ and ਸਮਝਦੇ ਹੋ ਨਾ, then God helps you. Yeah. Yeah. And He create the means to bring that money for you. In other way. Yeah, in other ways. Yes, in other ways. And it's just better because it feels good. ਕਿਉਂਕਿ ਤੁਸੀਂ ਕੰਮ ਕਰਕੇ ਤੁਹਾਨੂੰ ਇੱਕ ਵਧੀਆ ਫੀਲਿੰਗ ਵੀ ਆ ਰਹੀ ਹੈ। That's what you cherish for. ਤੁਸੀਂ ਕੰਮ ਕਰਕੇ ਪੈਸੇ ਲਈ ਨਹੀਂ ਲੱਭਦੇ। Like in the long run, you're always looking for that, you know, the ਸਕੂਨ ਦਾ ਇੱਕ ਟੁਕੜਾ ਜਿਹਾ ਮਿਲ ਜਾਵੇ। ਬਈ ਇਹ ਤੇ ਹੁਣ God ਦੀ ਤਰਫੋਂ ਜਾਂ ਨੇਚਰ ਦੀ ਤਰਫੋਂ ਕਿ ਮੈਂ ਰੀਅਲ ਸਟੇਟ ਚ ਆ ਗਿਆ, you know, ਥੋੜੇ ਜਿਹੇ ਪੈਸੇ ਬਣਾ ਲਏ। Otherwise I would be doing an odd job or something, some other job. For sure. I would be happy in that too. Yep. Right? Yep. So that only little things make big difference. Yes. 100%. And then when you talk about failure ਦੇ ਲੋ, ਹਾਂਜੀ, yes, there was one transaction ਅਸੀਂ COVID ਦੇ ਦੌਰਾਨ ਕੀਤੀ। COVID ਦੇ ਅੰਦਰ ਮਾਰਕੀਟ ਬਹੁਤ ਜ਼ਿਆਦਾ ਤੇਜ਼ ਸੀਗੀ। I try my best ਕਿ ਮੈਂ PDS property disclosure statement ਲਵਾਂ, inspection ਕਰਵਾ ਦੇਵਾਂ, right, before purchasing the property. But ਉਹ ਮਾਰਕੀਟ ਇੰਨਾ ਜ਼ਿਆਦਾ ਫਾਸਟ ਸੀਗਾ ਕਿ ਤੁਸੀਂ ਦੇਖਿਆ ਹੋਵੇਗਾ 10 ਆਫਰਸ ਪੈ ਰਹੀਆਂ, 12 ਪੈ ਰਹੀਆਂ, ਔਰ ਲੋਕ ਐਜ਼ ਇਸ ਕੰਡੀਸ਼ਨਸ 'ਚ ਵੇਚਦੇ ਸੀ, ਔਰ ਲੋਕ ਲੈ ਵੀ ਰਹੇ ਸੀਗੇ। ਸਾਡੇ ਕੋਲ ਐਜ਼ ਸੱਚ ਕੋਈ ਇੰਨਾ ਰੂਮ ਨਹੀਂ ਸੀਗਾ ਪਲੇ ਅਰਾਊਂਡ ਕਰਨ ਵਾਸਤੇ। ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਉਹ ਕੰਡੀਸ਼ਨਸ ਪਾ ਕੇ ਔਰ ਆਫਰ ਨੂੰ ਐਕਸੈਪਟ ਕਰੋ, ਲੇਕਿਨ ਨਹੀਂ ਲੈਂਦਾ, ਸੈਲਰ ਨਹੀਂ ਲਏਗਾ। ਅਗਰ ਉਹਦੇ ਕੋਲ 10 ਆਫਰਸ ਨੇ and you have unconditional, he would take the unconditional offer. For sure. So ਉਹਦੇ 'ਚ ਅਸੀਂ ਉਹ ਇਨਸਪੈਕਸ਼ਨ ਨਹੀਂ ਕਰਾ ਸਕੇ ਸੀਗੇ, ਬਟ ਬਾਇਰ ਅਵੇਅਰ ਸੀਗਾ ਕਿ ਬਈ ਇਨਸਪੈਕਸ਼ਨ ਨਹੀਂ ਹੋਇਆ। ਬਾਅਦ 'ਚ ਥੋੜੀ ਜਿਹੀ ਪ੍ਰੋਬਲਮਸ ਘਰ 'ਚ ਆਈਆਂ ਸੀਗੀਆਂ,
ਜਿਹਦਾ ਉਹਨਾਂ ਨੇ ਬਾਅਦ ਚ ਮੇਰੇ ਨਾਲ ਜ਼ਿਕਰ ਵੀ ਕੀਤਾ ਕਿ ਬਈ ਇਸ ਤਰ੍ਹਾਂ ਸਾਡੇ ਪ੍ਰੋਬਲਮਸ ਆਈਆਂ ਨੇ ਸੋ ਦੈਟਸ ਵਾਈ ਮੈਂ ਲੋਕਾਂ ਨੂੰ ਕਹਿੰਦਾ ਅਗਰ ਆਫਰ ਡੇਟ ਵੀ ਹੈ ਲੈਟ ਜਸਟ ਸੇ ਅੱਜ ਪ੍ਰੋਪਰਟੀ ਲਿਸਟ ਹੋਈ ਆ ਆਫਰ ਡੇਟ 10 ਨੂੰ ਯੂ ਹੈਵ 10 ਡੇਜ਼ ਇੱਕ ਇਨਸਪੈਕਸ਼ਨ ਪ੍ਰੀ ਇਨਸਪੈਕਸ਼ਨ ਕਰਾ ਲਓ ਆਫਰ ਪਾਉਣ ਤੋਂ ਪਹਿਲੇ ਰਾਈਟ ਇਟ ਵਿਲ ਬੀ ਵੇ ਈਜ਼ੀਅਰ ਰਾਦਰ ਦੈਨ ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਹੋ ਜਾਓ ਔਰ ਕਹੋ ਕਿ ਠੀਕ ਆ ਬਸ ਅਸੀਂ ਵੀ ਗੋਣਾ ਟੇਕ ਦ ਰਿਸਕ ਦੈਟ ਵਾਸ ਵਨ ਐਂਡ ਆਈ ਐਕਸੈਪਟ ਇਟ ਰਾਈਟ ਮੈਂ ਦੈਟ ਵਾਸ ਵਨ ਥਿੰਗ ਆਈ ਥਿੰਕ ਥੋੜੀ ਜਲਦੀ ਕਰ ਗਏ ਉਹਦੇ ਉੱਤੇ ਹੋ ਜਾਂਦਾ ਕਦੇ ਵੀ ਜਦੋਂ ਘਰ ਬਾਏ ਕਰਨਾ ਆ ਹਾਂਜੀ ਤੇ ਕਦੇ ਵੀ ਇਮੋਸ਼ਨਸ ਨਾ ਲੈ ਕੇ ਆਓ ਵਿੱਚ ਆਲਵੇਸ ਰਨ ਦ ਨੰਬਰਸ and always see the location of the property. Yes, definitely. I'll keep that in my mind. ਚਲੋ ਆਪਾਂ ਪੋਡਕਾਸਟ ਨੂੰ ਇੱਥੇ ਐਂਡ ਕਰਦੇ ਹਾਂ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਨੌਲੇਜ ਮਿਲੀ ਹੈ ਮੈਨੂੰ ਐਕਸਪੈਕਟਡ ਨਹੀਂ ਸੀਗਾ ਕਿ ਮੇਰਾ ਇੰਨਾ ਵਧੀਆ ਹੋਏਗਾ ਬਟ ਥੈਂਕ ਯੂ ਸੋ ਮਚ ਫॉर ਬੀਇੰਗ ਹੇਅਰ ਤੇ ਆਪਾਂ ਇਹ ਪੋਡਕਾਸਟ ਵਨ ਲਾਸਟ ਕੁਐਸਚਨ ਦੇ ਨਾਲ ਐਂਡ ਕਰਦੇ ਹਾਂ ਤੁਹਾਡੇ ਦੋਵਾਂ ਦੇ ਅਕੋਰਡਿੰਗ ਵਾਟ ਇਜ਼ ਦੈਟ ਵਨ ਐਡਵਾਈਸ ਜਿਹੜੀ ਤੁਸੀਂ ਲਾਈਕ ਦਵੋਗੇ ਮਤਲਬ ਨਿਊ ਬਾਇਰਸ ਨੂੰ ਕਿ ਜਿਹੜੇ ਹੁਣ ਬਾਏ ਪ੍ਰੋਪਰਟੀ ਕਰਨਾ ਚਾਹੁੰਦੇ ਨੇ ਲਾਈਕ ਉਹਨਾਂ ਲਈ ਕੀ ਇੱਕ ਐਡਵਾਈਸ ਹੈ ਜਿਹੜੀ ਤੁਸੀਂ ਦੇ ਸਕਦੇ ਹੋ ਤੁਸੀਂ ਵੀ ਨਿਊ ਜਿਹੜੇ ਬਾਇਰਸ ਨੇ ਜਿਹੜੇ ਨਵੇਂ ਮਾਰਕੀਟ 'ਚ ਆਉਣਾ ਚਾਹ ਰਹੇ ਨੇ ਉਹਨਾਂ ਲਈ ਇੱਕ ਬਹੁਤ ਜ਼ਿਆਦਾ ਅਗੇਨ ਜ਼ੋਰਾਵਰ ਨੇ ਜਿੱਦਾਂ ਗੱਲ ਕੀਤੀ ਕਿ ਬਈ ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਜਾਂ ਇਮੋਸ਼ਨਲ ਨਾ ਹੋ ਜੋ ਟੂਵਰਡਸ ਪ੍ਰੋਪਰਟੀ ਜਿਹੜਾ ਤੁਸੀਂ ਪ੍ਰੋਫਿਟ ਪ੍ਰੋਪਰਟੀ 'ਚ ਕਮਾਉਂਦੇ ਹੋ ਉਹ ਆਲਵੇਜ਼ ਤੁਸੀਂ ਉਦੋਂ ਨਹੀਂ ਕਮਾਉਂਦੇ ਜਦੋਂ ਉਹਨੂੰ ਸੈਲ ਕਰ ਰਹੇ ਹੁੰਦੇ ਹੋ ਤੁਸੀਂ ਉਦੋਂ ਕਮਾਉਂਦੇ ਹੋ ਜਦੋਂ ਤੁਸੀਂ ਪ੍ਰੋਪਰਟੀ ਬਾਏ ਕਰ ਰਹੇ ਹੁੰਦੇ ਹੋ ਓਕੇ ਵੈਨ ਯੂ ਬਾਏ ਦ ਪ੍ਰੋਪਰਟੀ ਦੈਟ ਉਹ ਮੂਵਮੈਂਟ ਡਿਸਾਈਡ ਕਰਦਾ ਹੈ ਕਿ whether you're going to make the money off of it or not yes right 100%. ਅਗਰ ਉਹ ਡਿਸੀਜਨ ਤੁਸੀਂ ਗਲਤ ਕਰ ਲੈਂਦੇ ਹੋ then no matter what ਜਦੋਂ ਮਰਜ਼ੀ ਤੁਸੀਂ ਸੈਲ ਕਰੋ you're going to lose eventually for sure right so ਇਹ ਜ਼ਰੂਰ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਫਰਸਟ ਟਾਈਮ ਹੋਮ ਬਾਇਰਸ ਜਿਹੜੇ ਨੇ ਉਹ ਜ਼ਿਆਦਾ ਐਕਸਾਈਟਿਡ ਨਾ ਹੋਣ stay away from the agents who push you towards it stay away from the people who have a hidden agenda during the transaction there's so many hidden agendas that will definitely help them as well and ਜਿਹੜੇ ਲੋਕ ਨਵੇਂ businesses ਚਾਹ ਰਹੇ ਨੇ stop buying the restaurants stop buying it if you don't have the experience don't do it everybody like ਸਾਡੀ community ਚ very common ਕਿ ਭਈ ਹਰ ਕੋਈ ਕਹਿੰਦਾ ਮੈਂ restaurant own ਕਰਾਂ ਇਹਦੇ ਚ ਪੈਸੇ ਨੇ I'm telling you there is no money in the restaurant unless otherwise you're a chef you know how to run the business for sure right other than that stay away from it there's so many businesses like in tech industry and all that so stop doing it again and again I tell people you're doing the same mistake again and again and expecting a different result you're not going to get it for sure so you need to learn and move on yes. Do something else do try something new. some other businesses as well research and I feel like just do the math first do the math just baat hi ho ke kuch kar le because it just path hone wala time nahi hai you're spending money and when money is in the equation you need to make sure ਨਾਲੇ ਤੁਹਾਡੇ ਕੋਲ ਕਿੰਨੇ ਰਿਸੋਰਸਸ ਨੇ ਤੁਹਾਡੇ ਕੋਲ YouTube ਆ ਤੁਹਾਡੇ ਕੋਲ TikTok ਅੱਜਕੱਲ ਤਾਂ ChatGPT ਤੇ ਹਰ ਆਨਸਰ ਲਾਈਕ ਤੁਸੀਂ ਹਰ ਆਨਸਰ ਲੈ ਸਕਦੇ ਹੋ go for it do your own research 100% ਲਾਈਕ ਤੁਸੀਂ ਕਿਸੇ ਤੇ ਰਿਲਾਈ ਨਹੀਂ ਕਰੋ ਬਿਲਕੁਲ ਕਿ ਯਾਰ ਇਹ ਕਹਿ ਰਿਹਾ ਸੀ ਤੇ ਆਪਾਂ ਇਦਾਂ ਕਰਦੇ ਹਾਂ ਹਾਂਜੀ do your own research for sure and make an informed decision rather than he said she said they said you will make and that's the best thing you can do in your life makes sense ਤੇ ਤੁਹਾਡੇ ਅਕੋਰਡਿੰਗ ਮੇਰੀ ਐਡਵਾਈਸ ਆਹੀ ਹੈ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਸਭ ਤੋਂ ਪਹਿਲੇ ਹੈਗੀ ਰਿਸਰਚ ਕਰਨੀ ਡੂ ਯਰ ਪ੍ਰੋਪਰ ਰਿਸਰਚ ਇੱਕ ਵਧੀਆ ਰੀਅਲ ਏਸਟੇਟ ਏਜੰਟ ਲੱਭੋ ਉਹਨਾਂ ਨਾਲ ਗੱਲਬਾਤ ਕਰੋ ਤੇ ਕਿ ਸਾਰਾ ਕੁਝ ਫਿਗਰ ਆਊਟ ਕਰਕੇ ਤੇ ਫਿਰ ਇਨਵੈਸਟ ਕਰਨ ਦਾ ਫਾਇਦਾ ਹੈ ਤੇ ਮੈਂ ਇੱਕ ਵੀ ਕਹਿਣਾ ਚਾਹੂੰਗਾ ਇਫ ਯੂ ਆਰ ਯੰਗ ਬੀ ਸਮਾਰਟ ਵਿਦ ਯਰ ਮਨੀ ਆਪਾਂ ਹੁਣ ਮੁੰਡੇ ਹੁੰਦੇ ਆ ਕਹਿ ਦਿੰਦੇ ਕਿ ਆਪਾਂ ਕਾਰ ਲੈਣੀ ਆ ਮਹਿੰਗੀ ਗੱਡੀਆਂ ਜਾਂ ਸ਼ੌਂਕ ਹੁੰਦੇ ਤੇ ਆਪਾਂ ਜਦੋਂ ਲੋਨ ਲੈ ਲੈਂਦੇ ਕਾਰ ਦਾ ਦਾ ਲੋਕ ਮਸਟੈਂਗ ਲੈ ਲਈ 50,000 ਦੀ ਤੇ 50,000 ਦਾ ਤੁਹਾਡੇ ਤੇ ਲੋਨ ਚੜ ਗਿਆ ਤੁਹਾਡੀ ਜਦੋਂ ਪ੍ਰਾਪਰਟੀ ਲਈ ਇਵੈਲੂਏਟ ਕਰਦੇ ਤੁਸੀਂ ਕਿੰਨੇ ਲਈ ਅਪਰੂਵਲ ਤੁਹਾਡਾ ਚਾਂਸਸ ਹੈਗੇ ਆ ਤੇ ਉਹ ਡੈਟ ਟੂ ਇਨਕਮ ਰੇਸ਼ੀਓ ਕੱਢਦੇ ਆ ਹਾਂਜੀ ਤੇ ਜੇ ਤੁਹਾਡੇ ਕੋਲ ਲੋਨ ਹੈਗਾ $50,000 ਦਾ ਤੁਹਾਡੇ ਕਾਰ ਦਾ ਤੇ ਉਹ ਨਾਲ ਤੁਹਾਡੀ ਅਪਰੂਵਲ ਚਾਂਸਸ ਘਟ ਜਾਂਦੇ ਆ ਫॉर श्योर ਬੀ ਸਮਾਰਟ ਵਿਦ ਯਰ ਮਨੀ ਐਂਡ ਆਲਵੇਸ ਬਾਈ ਲੋ ਐਂਡ ਸੈਲ ਹਾਈ for sure makes sense well thank you so much for once again for coming here ਤੇ ਆਪਾਂ ਦੁਬਾਰਾ ਕੋਈ ਨਵਾਂ ਐਪੀਸੋਡ ਵੀ ਲੈ ਕੇ ਆਵਾਂਗੇ ਤੁਹਾਡੇ ਨਾਲ it was great chatting with you guys ਤੇ thank you so much everyone for watching and ਆਪਾਂ ਜਲਦੀ ਅਗਲਾ ਐਪੀਸੋਡ ਲੈ ਕੇ ਆਵਾਂਗੇ thank you